पग पंकज बंदन सिमरऊं अंगद दोख निकंदन। अमरदास हृदय नित त्यावों हृदय नित त्यावों। श्री गुरु रामदास गुण गावों। गुरु अर्जन दिगनन के विघ्नन के नाशक। श्री हर गोविंद शुभ सुमत प्रकाशक। गुरु हर राय नमो कर जोरी नमो कर जोरी। श्री हर कृष्ण मनाऊं बहोरी। गुरु तेग बहादुर परम कृपाला जी परम कृपा। श्री गुरु गोविंद सिंह विसाला। तरम तरा पर पुन पुन सीसा पुन पुन सीसा। बंदों बार बार जगीसा। जिसमें अमृत ज्ञान है माणिक भगत बैराग। श्री गुरु ग्रंथ साहिब योद बंदों का अनुराग। एकंकारा सतगुरु जेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु जी। मेघ मखन की गजन सुन के सिख म्योर भये खुश गुन के। मेघ मखन की गजन सुन के। वाहिगुरु जी का खालसा वाहिगुरु जी की फतेह। सत्कारयोग गुरु रूप गुरु प्यारी साध संगत, आप जी बहुत ही वड्डियां भागां वाले हो जो सतगुरां दा पावन पवित्र इतिहास सुन रहे हो। इतिहास हुंदा ही वो है जो हो चुकियां घटनावां दा निचोड़ होवे। इति शब्द लगदा है जिहड़ी कोई गल संपूर्ण हो गई होवे, हो चुकी। आसा कहंदे निचोड़ नूं। हो चुकियां घटनावां दा जो निचोड़ होवे वो इतिहास है। असी सतगुरां दा इतिहास सुन रहे हां। गुरु तेग बहादुर साहब नौवें पातशाह हिंद दी चादर धर्म दी चादर उन्हां दा पावन जीवन सुनन नूं मिल रहा। ये जो श्री गुरु पंथ प्रकाश ग्रंथ असीं सुन रहे हां, ਇਹਦੀ ਇੱਕ ਬਹੁਤ ਵੱਡੀ ਖਾਸੀਅਤ ਹੈ। ਉਹ ਇਹ ਹੈ ਕਿ ਜਿੱਥੇ ਇਕੱਲਾ ਇਹ ਇਤਿਹਾਸ ਨਹੀਂ, ਇਹ ਸਤਿਗੁਰਾਂ ਦਾ ਇੱਕ ਤਰ੍ਹਾਂ ਦਾ ਸਫ਼ਰਨਾਮਾ ਹੈ। ਬਹੁਤ ਸੰਖੇਪ ਵਿੱਚ ਗੁਰੂ ਦਾ ਇਤਿਹਾਸ ਦੱਸਦਾ ਹੈ। ਜੇ ਕਿਸੇ ਨੇ ਸੁਣਾਉਣਾ ਹੋਵੇ ਗੁਰੂ ਸਾਹਿਬਾਨਾਂ ਦਾ ਜੀਵਨ, ਆਪਾਂ ਆਖੀਏ ਵੀ ਘੰਟੇ ਦੇ ਵਿੱਚ ਸਾਰਾ ਕਿਤੇ ਦੀਵਾਨ ਦੇ ਵਿੱਚ, ਤੇ ਫਿਰ ਪੰਥ ਪ੍ਰਕਾਸ਼ ਨੂੰ ਪੜ੍ਹ ਕੇ ਹੀ ਪਤਾ ਲੱਗ ਸਕਦਾ ਵੀ ਕਿਵੇਂ ਕਿੱਥੇ ਕਿੱਧਰ ਨੂੰ ਗੁਰੂ ਜੀ ਗਏ ਤੇ ਉਹਨਾਂ ਦੀ ਸਾਰੀ ਜ਼ਿੰਦਗੀ ਦਾ ਵੇਰਵਾ ਨਿਚੋੜ ਹੈ ਇਹ ਬਹੁਤ ਵੱਡਾ। ਕੱਲ ਆਪਾਂ ਦੇਖੋ ਨੌਵੇਂ ਪਾਤਸ਼ਾਹ ਜੀ ਦਾ ਇਤਿਹਾਸ ਆਰੰਭ ਕੀਤਾ। ਕੱਲ ਹੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਬਾਬੇ ਬਕਾਲੇ ਤੱਕ ਗੁਰਿਆਈ ਗੱਦੀ ਤੱਕ ਲੈ ਗਏ ਤੇ ਕਿ ਕਿਵੇਂ 8ਵੇਂ ਪਾਤਸ਼ਾਹ ਬਾਬਾ ਬਸਾ ਗ੍ਰਾਮ ਬਕਾਲੇ ਕਹਿ ਕੇ
ਆਪ ਸੱਚਖੰਡ ਪਿਆਨਾ ਕਰ ਜਾਂਦੇ ਹਨ। ਤੇ ਇਸ ਗੱਲ ਦਾ ਫਾਇਦਾ ਉਠਾਉਣ ਲਈ 22 ਸੋਢੀ ਗਿਣਤੀ ਦੇ ਮੰਜੀਆਂ ਢਾਹ ਕੇ ਬਹਿ ਜਾਂਦੇ ਹਨ, ਗੁਰੂ ਬਣ ਬਹਿੰਦੇ ਹਨ। ਪਰ ਜਿੱਥੇ ਭੋਲੇ ਗੁਰਸਿੱਖ ਹਨ, ਉੱਥੇ ਕੁਝ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਨੇ ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ, ਮਾਇਆ ਦੇ ਵਿੱਚ ਰਹਿ ਕੇ ਵੀ ਜਾਗੇ ਹੋਏ ਹੋਸ਼ਵੰਦ ਹਨ। ਉਹਨਾਂ ਭਾਈ ਗੁਰਦਾਸ ਜੀ ਜਿਨ੍ਹਾਂ ਗੁਰਸਿੱਖਾਂ ਦਾ ਜ਼ਿਕਰ ਕਰਦੇ, ਉਹੋ ਜਿਹੇ ਆਚਰਣ ਵਾਲੇ ਗੁਰਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਜੀ ਹੋਏ ਹਨ, ਜਿਨ੍ਹਾਂ ਦੇ ਉੱਤੇ ਜਣੀ ਪੂਰਾ ਮਾਣ ਪੰਥ ਨੂੰ ਹੈ, ਜਿਨ੍ਹਾਂ ਦੇ ਪਰਿਵਾਰ ਵਿੱਚੋਂ ਹੀ ਲੱਖੀ ਸ਼ਾਹ ਵਣਜਾਰਾ ਵਰਗੇ ਹੋਏ, ਉਹ ਵੀ ਉਹਨਾਂ ਦੇ ਪਰਿਵਾਰਾਂ ਚੋਂ ਸਨ। ਜਾਣੀ ਇਹ ਪੂਰਾ ਹੀ ਖਾਨਦਾਨ ਹੀ ਅੱਗੇ ਕੁਟੁੰਬ ਕੁੜੁੰਬਾ ਗੁਰੂ ਕਿਆਂ ਤੋਂ ਕਹਿ ਲਓ ਆਪਣਾ ਆਪਾ ਕੁਰਬਾਨ ਕਰਨ ਵਾਲਾ ਸੀ। ਇਹਨਾਂ ਨੇ ਗੁਰੂ ਦੀ ਪਹਿਚਾਣ ਕੀਤੀ। ਜਦੋਂ ਮੋਹਰਾਂ ਲਿਜਾ ਕੇ ਗੁਰੂ ਪਾਤਸ਼ਾਹ ਜੀ ਅੱਗੇ ਰੱਖੀ ਇੱਕ ਮੋਹਰ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਭਾਈ ਉਦੋਂ ਤਾਂ ਤੂੰ ਜੋ ਬਚਨ ਕੀਤਾ ਸੀ 500 ਮੋਹਰ, ਹੁਣ ਬਚਨ ਕਰਕੇ ਉਹ ਬਚਨ ਤੋਂ ਖਿਸਕ ਰਿਹਾ, ਇਹ ਠੀਕ ਨਹੀਂ ਹੈ। ਤੇ ਫਿਰ ਉਸ ਵੇਲੇ ਇਹਨੇ ਕੋਠੇ ਚੜ੍ਹ ਕੇ ਸਾਧ ਸੰਗਤ ਉੱਚੀ ਦੇਣੇ, ਲਾਧੋ ਰੇ ਗੁਰ ਲਾਧੋ ਰੇ, ਸਾਰੀ ਸੰਗਤ ਨੂੰ ਦੱਸਿਆ ਕਿ ਪੂਰਨ ਗੁਰੂ ਤਾਂ ਇੱਥੇ ਬੈਠੇ ਸੰਗਤ ਜੀ, ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ, ਆਪਾਂ ਕਿੱਧਰ ਘੁੰਮਦੇ ਫਿਰਦੇ ਹਾਂ। ਫਿਰ ਇਹਨਾਂ ਤੇ ਯਕੀਨ ਐਡਾ ਸੀ ਕੌਮ ਨੂੰ, ਸਾਰੀ ਨੂੰ। ਇਹਨਾਂ ਦੇ ਕਹਿਣ ਅਨੁਸਾਰ ਸਾਰੇ ਲੋਕ ਪਿੱਛੇ ਤੁਰੇ ਵੀ ਇਹ ਜਿੱਥੇ ਖੜ ਗਏ ਸੱਚ ਹੈ, ਇੱਥੇ ਐਸਾ ਆਚਰਣ ਇੱਥੇ ਤੱਕ ਆਪ ਨੇ ਸੁਣਿਆ। ਆਓ ਅੱਗੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਬਾਬੇ ਬਕਾਲੇ ਤੋਂ ਕਿੱਧਰ ਕਿੱਧਰ ਹੁੰਦੇ ਗਏ, ਉਹ ਸਾਰਾ ਪ੍ਰਸੰਗ ਸੁਣਦੇ ਹਾਂ। ਹਾਜ਼ਰੀ ਲਵਾਓ, ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੇਘ ਮੱਖਣ ਕੀ ਗਜਨ ਸੁਣ ਕੇ, ਸਿੱਖ ਮਿਉਰ ਭਏ ਖੁਸ਼ ਗੁਣ ਕੇ। ਕਹਿੰਦੇ ਜਿਵੇਂ ਬੱਦਲ ਗਰਜਦਾ ਹੈ ਤੇ ਫਿਰ ਮੋਰ ਖੁਸ਼ ਹੋ ਜਾਂਦੇ, ਮੋਰ ਪਪੀਹੇ ਬੋਲਦੇ, ਦੇਖ ਬੱਦਲ ਕਾਲੇ। ਇਉਂ ਗੁਰੂ ਜੀ ਦੀ ਪ੍ਰਗਟ ਹੋਣ ਦੀ ਧੁਨੀ ਜਦੋਂ ਗੁਰਸਿੱਖਾਂ ਸੁਣੀ ਤੇ ਗੁਰਸਿੱਖਾਂ ਦੇ ਮਨ ਵਿੱਚ ਬੜਾ ਚਾਅ ਚੜ ਗਿਆ ਹੈ। ਹਰਖੇ ਮਨ ਕਰਕੇ ਸਭ ਗੁਰ ਦਿਸ, ਸਭ ਸਮਾਨ ਕਰ ਝਟਪੜ ਛਿਨ ਤਿਸ। ਬੜੀ ਖੁਸ਼ੀ ਹੋਈ ਕਿ ਗੁਰੂ ਜੀ ਦੀ ਪ੍ਰਾਪਤੀ ਹੋ ਗਈ। ਛੇਤੀ ਦੇਣੇ ਹੀ ਝਟਪਟ ਹੀ ਗੁਰਸਿੱਖ ਵਹੀਰਾਂ ਕੱਤ ਕੇ ਗੁਰੂ ਕੇ ਵਿਹੜੇ ਵੱਲ ਨੂੰ ਚੱਲ ਪਏ। ਸ੍ਰੀ ਬੁੱਢੇ ਕੇ ਆਏ ਗੁਰ ਦਿੱਤੇ, ਦਿਨ ਗੁਰ ਆਈ ਕੇ ਸਭ ਦਿੱਤੇ। ਉਸ ਵੇਲੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਗੁਰਦਿੱਤਾ ਜੀ ਆਏ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਗੱਦੀ ਦਾ ਤਿਲਕ ਦਿੱਤਾ, ਉਹਨਾਂ ਦਾ ਨਾਮ ਗੁਰਦਿੱਤਾ ਜੀ ਸੀ। ਇੱਕ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਨ। ਇੱਕ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਸਨ। ਅੱਗੇ ਇਹਨਾਂ ਦੀ ਵੰਸ਼ ਵਿੱਚੋਂ ਸਨ ਭਾਈ ਰਾਮ ਕੌਰ ਜੀ, ਜਿਨ੍ਹਾਂ ਨੇ 10ਵੇਂ ਪਾਤਸ਼ਾਹ ਨੂੰ ਗੁਰਿਆਈ ਗੱਦੀ ਦਾ ਤਿਲਕ ਦਿੱਤਾ। ਫਿਰ ਉਹੀ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਬਣੇ। ਇਹ ਬਾਬਾ ਗੁਰਦਿੱਤਾ ਜੀ ਨੇ ਗੁਰਿਆਈ ਗੱਦੀ ਦਾ ਤਿਲਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਬੇ ਬਕਾਲੇ ਵਿਖੇ ਦਿੱਤਾ ਹੈ। ਸੰਗਤ ਸਾਥ ਮਸੰਦਨ ਆਈ, ਪੂਜੇ ਗੁਰਬਾਉ ਭੇਟ ਚੜਾਈ। ਸੰਗਤ ਆਈ ਨਾਲ, ਮਸੰਦ ਵੀ ਆ ਗਏ, ਪਿਆਰ ਵਾਲੇ। ਗੁਰੂ ਮਹਾਰਾਜ ਦੀ ਪੂਜਾ ਅਰਚਨਾ ਕੀਤੀ ਤੇ ਸ਼ਰਧਾ ਅਨੁਸਾਰ ਭੇਟ ਗੁਰੂ ਚਰਨਾਂ ਵਿੱਚ ਚੜਾਈ ਹੈ। ਦੋਹਰਾ ਉਦੇ ਗੁਰਦਿਆ ਚਲ, ਧਾਮ ਤੇ ਭਏ ਗੁਰ ਸਭ ਭਾਨ। ਕਹਿੰਦੇ ਜਿਵੇਂ ਸੂਰਜ ਚੜ੍ਹਦਾ ਹੈ ਤੇ ਫਿਰ ਹਨੇਰਾ ਦੂਰ ਹੋ ਜਾਂਦਾ ਹੈ, ਇਉਂ ਹੀ ਗੁਰੂ ਜੀ ਪ੍ਰਗਟ ਹੋਏ। ਕਰੇ ਗੁਰ ਤਮ ਚਰ ਧਰੇ, ਧਮ ਝਗੜਾ ਭਇਓ ਹਾਨ। ਜਿਵੇਂ ਸੂਰਜ ਚੜ੍ਹਨ ਦੇ ਨਾਲ ਤਾਰੇ ਦਿਸਣੋਂ ਹਟ ਜਾਂਦੇ, ਭਾਵੇਂ ਹੁੰਦੇ ਤਾਂ ਹੈ ਤਾਰੇ ਦਿਨ 'ਚ ਵੀ, ਪਰ ਉਹਨਾਂ ਦਾ ਚਾਨਣ ਕੰਮ ਨਹੀਂ ਨਾ ਦਿਸਦੇ। ਇਉਂ ਹੀ ਗੁਰੂ ਜੀ ਦੇ ਪ੍ਰਗਟ ਹੋਣ ਦੇ ਨਾਲ ਉਹ ਜਿਹੜੇ ਸੋਢੀ ਮੰਜੀਆਂ ਲਈ ਬੈਠੇ ਸਨ ਪਖੰਡੀ,
ਉਹਨਾਂ ਦਾ ਪ੍ਰਭਾਵ ਘਟ ਗਿਆ ਹੈ। ਖਾਲ ਕਮਲ ਕਰ ਨਾਮ ਕਰ ਸਿੱਖੀ ਲਈ ਸੰਵਾਰ। ਗੁਰੂ ਨੌਵੇਂ ਪਾਤਸ਼ਾਹ ਨੇ ਗੁਰਸਿੱਖੀ ਨੂੰ ਸਾਂਭ ਲਿਆ ਹੈ। ਬਸ ਹਰਿਆ ਗੁਰੂ ਗੁਰੂ ਰੇ ਗੁਰ ਕੱਢੇ ਖੇਤ ਸਹਿ ਮਾਰ। ਕਹਿੰਦੇ ਜਿਵੇਂ ਕੋਈ ਕਿਸਾਨ ਆ ਜਾਵੇ, ਖੇਤੀ ਦਾ ਮਾਲਕ, ਤੇ ਵੇਖੇ ਮੇਰੀ ਤਾਂ ਖੇਤੀ ਵਿੱਚ ਆ ਮਿਰਗ, ਬਲਦ, ਗਾਈਆਂ, ਮੱਝਾਂ ਘੁੰਮਦੇ ਫਿਰਦੇ ਆ, ਉਹ ਬਾਹਰ ਕੱਢ ਦਿੰਦਾ ਨਾ ਖੇਤੀ ਵਿੱਚੋਂ, ਫਸਲ ਵਿੱਚੋਂ। ਇਸੇ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਣ ਨਾਲ ਪਖੰਡੀਆਂ ਦਾ ਜਿਹੜਾ ਬੋਲਬਾਲਾ ਬੰਦ ਹੋ ਗਿਆ। ਸੀਹੇ ਸਿੰਘ ਪ੍ਰਹਤਨ ਹੋਇਓ ਬਾਣ ਬੰਦੂਕ ਚਲਾਏ। ਇੱਕ ਏਡੀ ਵੱਡੀ ਘਟਨਾ ਕਵੀ ਜੀ ਨੇ ਦੇਖੋ ਇਹਨਾਂ ਦੀ ਖਾਸੀਅਤ ਇੱਕ ਪੰਕਤੀ 'ਚ ਕਰ ਦਿੱਤੀ। ਕਹਿੰਦੇ ਉੱਥੇ ਇੰਨੀ, ਕਈ ਤਾਂ ਭੱਜ ਗਏ, ਪਰ ਇੱਕ ਬੰਦਾ ਧੀਰ ਮੱਲ ਇੰਨੀ ਈਰਖਾ ਵਾਲਾ ਸੀ, ਉਹਨੂੰ ਇਹ ਬਹੁਤ ਵੱਡੀ ਈਰਖਾ ਸੀ। ਗੁਰੇ ਗੱਦੀ ਤਾਂ ਉਹਨੂੰ ਨਹੀਂ ਮਿਲ ਸਕੀ। ਔਰ ਫਿਰ ਮਸੰਦਾਂ ਵਿੱਚ ਉਹਦੀ ਹੈ ਵੀ ਸੀ ਜ਼ਿਆਦਾ। ਉਹਦੇ ਕੋਲ ਇੱਕ ਖਾਸੀਅਤ ਇਹ ਸੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ, ਕਰਤਾਰਪੁਰ ਸਾਹਿਬ ਉਹ ਸੀ, ਉਹਦੇ ਕੋਲ ਸੀ। ਇਸ ਲਈ ਲੋਕ ਉਹਨੂੰ ਥੋੜਾ ਜ਼ਿਆਦਾ ਸਤਿਕਾਰ ਦਿੰਦੇ ਸੀ। ਸੀਹੇ ਨਾਂ ਦਾ ਇੱਕ ਮਸੰਦ ਉਹਦੇ ਕੋਲ ਸੀ। ਜਦੋਂ ਉਹਨੇ ਦੇਖਿਆ ਵੀ ਮੇਰੇ ਕੋਲ ਤਾਂ ਹੁਣ ਸਭ ਕੁਝ ਗਿਆ, ਫਿਰ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਤੇ ਗੋਲੀ ਚਲਵਾਈ। ਪਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੇ ਗੋਲੀ ਦਾ ਕੋਈ ਨਿਸ਼ਾਨਾ ਵੱਜ ਨਾ ਸਕਿਆ, ਸਾਈਡ ਤੋਂ ਲੰਘ ਗਿਆ। ਤੇ ਇਉਂ ਕਰਕੇ ਫਿਰ ਭਾਈ ਮੱਖਣ ਸ਼ਾਹ ਨੂੰ ਜਦੋਂ ਪਤਾ ਲੱਗਾ, ਉਹ ਬੰਦੇ ਹੀ ਬੜੇ ਸੀ ਉਹਨਾਂ ਕੋਲ, ਤਾਂ ਸੈਂਕੜੇ ਹਜ਼ਾਰਾਂ ਹੀ ਤਾਂ ਨੌਕਰ ਚਾਕਰ ਸਨ। ਉਹਨਾਂ ਨੇ ਫਿਰ ਫੜ ਕੇ ਬਹੁਤ ਕੁੱਟੇ ਬੰਦੇ, ਵਿੱਚੇ ਧੀਰ ਮੱਲ ਦਾ ਵੀ ਕਟਾਪਾ ਚਾੜਿਆ। ਕਈ ਵਾਰ ਬੈਰੀ ਨਾ ਹੁੰਦੇ ਮਿੱਤ ਹੱਥਾਂ ਵਾਜ ਕਰਾਰਿਆਂ ਦੇ, ਕਈ ਵਾਰੀ ਦਿਖਾਣਾ ਹੀ ਪੈਂਦਾ ਜੋਹਰ। ਬਾਣੀ ਨੇ ਵੀ ਆਖਿਆ, ਮੂਰਖ ਗੰਢ ਪਵੈ ਮੂੰਹ ਮਾਰ। ਮੂਰਖ ਦੀ ਤਾਂ ਇੱਕੋ ਹੀ ਤਰੀਕੇ ਨਾਲ ਉਹਦੀ ਮਿੱਤਰਤਾ ਬਣੂਗੀ ਜਿਹਦੇ 'ਚ ਮੂੰਹ ਤੇ ਪਊ। ਉਦਾਂ ਪਿਆਰ ਨਾਲ ਗੋਡੀ ਹੱਥ ਲਾਇਆ ਨਹੀਂ ਸਮਝ, ਕੋਈ ਨਹੀਂ ਉਹਨੂੰ ਸਮਝ ਪੈਣੀ, ਕਿਉਂਕਿ ਉਹਦਾ ਤਰੀਕਾ ਨਹੀਂ। ਤੇ ਗੰਢ ਪ੍ਰੀਤੀ ਹੈ ਜਿੱਥੇ, ਉੱਥੇ ਮਿੱਠੇ ਬੋਲ ਹੈ, ਇਹ ਦੱਸਿਆ ਮਹਾਰਾਜ ਨੇ। ਤਾਂ ਇਹ ਸੀਹੇ ਮਸੰਦ ਨੂੰ ਅਤੇ ਇਹਦੇ ਸਾਥੀ ਧੀਰ ਮੱਲ ਇਤਿਆਦਿਕ ਨੂੰ ਕਵੀ ਸੰਤੋਖ ਸਿੰਘ ਨੇ ਬਹੁਤ ਵਿਸਥਾਰ 'ਚ ਦੱਸਿਆ ਵੀ ਉਹ ਕਿਵੇਂ ਉਹਨਾਂ ਨੂੰ, ਆਪਣੇ ਪੰਜਾਬੀ ਦਾ ਸ਼ਬਦ ਆ ਵੀ ਭਜਾ ਕੇ ਕੁੱਟਣਾ ਘੱਟ, ਘੜੀਸਣਾ ਵੱਧ, ਡਰਾਬਾ ਵੱਧ ਪਾ ਦੇਣਾ। ਐਦਾਂ ਉਹਨਾਂ ਦੀ ਦਸ਼ਾ ਮੱਖਣ ਸ਼ਾਹ ਨੇ ਕੀਤੀ। ਪਰ ਜਦੋਂ ਗੁਰੂ ਉਹਦਾ ਸਾਰਾ ਕੁਝ ਚੱਕ ਲੈਂਦਾ, ਉਹਦੇ ਘਰੋਂ, ਗੁਰੂ ਘਰੋਂ ਲੈ ਗਏ ਸੀ ਨਾ ਲੁੱਟ ਕੇ, ਉਹ ਮੱਖਣ ਸ਼ਾਹ ਸਾਰਾ ਕੁਝ ਚੁੱਕ ਲਿਆ ਵਾਪਸ। ਫਿਰ ਗੁਰੂ ਜੀ ਨੂੰ ਜਦੋਂ ਪਤਾ ਲੱਗਾ, ਮਹਾਰਾਜ ਕਹਿੰਦੇ ਮੋੜ ਦੋ ਸਾਰਾ ਕੁਝ। ਆਪਾਂ ਕੀ ਕਰਨਾ, ਆਪਾਂ ਪਦਾਰਥਾਂ ਕਰਕੇ ਥੋੜਾ ਸੀ ਗੁਰੂ ਬਣਿਆ, ਚੀਜ਼ਾਂ ਦੀ ਥੋੜਾ ਹੁੰਦੀ। ਇਹ ਨਹੀਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ, ਵਾਪਸ ਦੇ ਦਿੱਤੀਆਂ। ਮੱਖਣ ਸ਼ਾਹ ਨੇ ਬਾਕੀ ਦਾ ਦੇ ਦਿੱਤਾ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਧੀਰ ਮੱਲ ਦਾ ਦਿੱਤਾ। ਕਹਿੰਦੇ ਨਹੀਂ, ਇਹ ਨਹੀਂ ਦੇਣੀ, ਗੁਪਤ ਰੱਖ ਲਓ। ਥੋੜਾ ਜਿਹਾ ਅੱਗੇ ਜਾ ਕੇ ਗੁਰੂ ਜੀ ਨੂੰ ਜਦੋਂ ਪਤਾ ਲੱਗਾ, ਉਹ ਵੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਭਾਈ ਇਹ ਵੀ ਮੋੜ ਦੋ ਉਹਦਾ। ਫਿਰ ਨਦੀ ਦੇ ਕੰਢੇ ਉੱਤੇ ਗੁਰਦੁਆਰਾ ਅਮਾਨਤਸਰ ਬਣਿਆ ਹੋਇਆ, ਜੇ ਕਦੇ ਜਾਓ ਉੱਥੇ ਅਮਾਨਤ ਮਹਾਰਾਜ ਨੇ ਸੌਂਪੀ। ਆਖਿਆ ਕਿ ਉਹ ਆ ਕੇ ਮੰਗੇਗਾ ਤੇ ਲੈ ਲੈ, ਦੇ ਦੇ। ਉਹਨੇ ਮੰਗ ਕੀਤੀ ਸੀ, ਫਿਰ ਉੱਥੋਂ ਸਰੂਪ ਮਿਲ ਗਿਆ ਸੀ। ਤਾਂ ਐਸੀ ਹੈ। ਤਾਂ ਧੀਰ ਮੱਲ ਨੇ ਸੀਹੇ ਮਸੰਦ ਕੋਲੋਂ ਗੁਰੂ ਜੀ ਤੇ ਗੋਲੀ ਵੀ ਚਲਵਾਈ। ਪਰ ਜਾਣੀ ਕਹਿੰਦੇ ਜਿਵੇਂ ਖੰਭ ਲਾ ਕੇ ਸੂਰਜ ਚੜ੍ਹਨ ਨਾਲ ਉੱਡ ਜਾਂਦੇ ਆ ਤਾਰੇ, ਦਿਸਣੋਂ ਹਟ ਜਾਂਦੇ ਆ, ਜਾਂ ਉੱਲੂ ਸਾਈਡ ਤੇ ਹੋ ਜਾਂਦੇ, ਦਿਸਣੋਂ ਹਟ ਜਾਂਦਾ ਹੈ। ਐਸਾ ਹੀ ਧੀਰ ਮੱਲ ਨਾਲ ਹੋਇਆ। ਬਿਹੰਗ ਧੀਰ ਮੱਲ ਧੀਰ ਤਜ ਉੱਡਿਓ ਖੰਭ ਖੁਹਾਏ। ਧੀਰ ਮੱਲ ਰੂਪੀ ਪੰਛੀ ਉੱਡ ਗਿਆ ਹੈ। ਚੌਪਈ ਫਿਰ ਗੁਰੂ ਬਕਾਲੇ ਮੈਂ। ਫਿਰ ਗੁਰੂ ਤੇਗ ਬਹਾਦਰ ਜੀ ਥੋੜਾ ਸਮਾਂ ਬਾਬਾ ਬਕਾਲਾ ਜਿਹਨੂੰ ਕਹਿੰਦੇ ਹਾਂ, ਉੱਥੇ ਰੁਕੇ। ਸੰਗਤ ਕੋ ਬਾਂਛਤ ਫਲ ਦੇ। ਸੰਗਤਾਂ ਆਉਣ ਲੱਗ ਪਈਆਂ ਗੁਰੂ ਜੀ ਦੀ ਗੁਰੇਹੀ ਗੱਦੀ ਪ੍ਰਗਟ ਹੋਣ ਕਰਕੇ। ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਹਨ ਵੀ ਦਰਸ਼ਨ ਕਰੀਏ, ਕਿਹੜੇ ਗੁਰੂ ਹੋਏ, ਕਿਉਂਕਿ ਇਹ ਤਾਂ ਦਿਖਦੇ ਵੀ ਨਹੀਂ ਸੀ, ਮਿਲਦੇ ਵੀ ਨਹੀਂ ਸੀ ਕਿਸੇ ਨੂੰ। 6ਵੇਂ ਪਾਤਸ਼ਾਹ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਇਹ ਬਾਬੇ ਬਕਾਲੇ ਆ ਗਏ, 7ਵੇਂ ਪਾਤਸ਼ਾਹ ਆ ਗਏ, 8ਵੇਂ ਪਾਤਸ਼ਾਹ ਆ ਗਏ। ਇਹ ਬਾਬੇ ਬਕਾਲੇ ਹੀ ਰਹੇ 26 ਸਾਲ ਲਗਭਗ, ਉਹਨਾਂ ਦੀ ਜਿੰਨਾ ਗੁਰਿਆਈ ਗੱਦੀ ਦਾ ਕਾਲ ਹੈ ਸਮਾਂ।
ਇੱਥੇ ਹੀ ਭਗਜਨ ਬੰਦਗੀ ਚ ਰਹੇ, ਨਾ ਕਿਸੇ ਨੂੰ ਮਿਲਣਾ ਨਾ ਕਿਸੇ ਨਾਲ ਗੱਲਬਾਤ, ਅੱਗੇ ਨਾ ਹੋਣਾ। ਲੋਕ 26 ਸਾਲ ਇੱਕ ਬਹੁਤ ਵੱਡਾ ਅਰਸਾ ਹੁੰਦਾ, ਸਾਹਮਣੇ ਨਾ ਆਉਣਾ, ਉਹਦੇ ਵਿੱਚ ਲੋਕ ਭੁੱਲ ਜਾਂਦੇ ਆ। ਜਦੋਂ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਜੀ ਆਏ ਆ ਤੇ ਲੋਕਾਂ ਨੂੰ ਸਮਝ ਵੀ ਨਾ ਆਵੇ ਕਈਆਂ ਦੇ ਵੀ ਕਿਹੜੇ ਗੁਰੂ ਸਾਹਿਬ ਹੋਏ ਇਹ। ਫਿਰ ਲੋਕੀ ਦਰਸ਼ਨਾਂ ਨੂੰ ਵਹੀ ਰੰਗ ਘੱਤ ਕੇ ਆਉਣ ਲੱਗੇ ਹਨ। फिर अमृतसर चल कर आए जहाँ थोड़ा थे उतर आए। ਫਿਰ ਉੱਥੋਂ ਸਾਰੀ ਸੰਗਤ ਨੂੰ ਮਿਲ ਕੇ ਥੋੜੇ ਦਿਨਾਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆਏ ਦਰਸ਼ਨ ਕਰਨ ਵਾਸਤੇ, ਕਿਉਂਕਿ ਸਿੱਖੀ ਦਾ ਕਹਿ ਲੋ ਧੁਰਾ ਹੈ, ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਗਰੀ ਹੈ। ਤੇ ਫਿਰ ਅੰਮ੍ਰਿਤਸਰ ਸਾਹਿਬ ਦਰਸ਼ਨਾਂ ਨੂੰ ਆਏ ਤੇ ਜਿਸ ਜਗ੍ਹਾ ਦੇ ਉੱਤੇ ਗੁਰਦੁਆਰਾ ਥੜਾ ਸਾਹਿਬ ਹੈ, ਜਿਹੜੇ ਗਏ ਆ ਉਹਨਾਂ ਨੂੰ ਤਾਂ ਪਤਾ ਇਸ ਗੱਲ ਦਾ। ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬ ਨੇ ਜਿੱਥੇ ਉਹਦੇ ਬਿਲਕੁਲ ਨਾਲ, ਜਿੱਥੇ ਹੁਣ 84 ਦੇ ਸਿੰਘਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ, ਉਹਦੇ ਨਾਲ ਲਗਮਾ ਥੱਲੇ ਨੂੰ ਉਤਰ ਕੇ ਉਹ ਸਥਾਨ ਹੈ ਪੂਰਾ। ਉਸ ਜਗ੍ਹਾ ਥੜੇ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹਨ। हर मंदिर के थे पुजारी तिने अनीति कीती भारी। ਉਸ ਸਮੇਂ ਹਰਮੰਦਰ ਸਾਹਿਬ ਦੇ ਜਿਹੜੇ ਪੁਜਾਰੀ ਸੀ ਉਹ ਕੌਣ ਸਨ? ਉਹ ਸੋਢੀ ਸਨ, ਪਿਰਥੀ ਚੰਦ ਦੇ ਪਰਿਵਾਰ ਕੋਲੋਂ ਇਹ ਤਾਂ ਪ੍ਰਬੰਧ ਸੀ ਉਸ ਸਮੇਂ ਹਰਜੀ ਹੋਣਾ ਕੋਲ। ਉਹਨਾਂ ਨੇ ਦੇਖਿਆ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਗਏ। ਉਹਨੇ ਇਹ ਸੋਚਿਆ ਵੀ ਜੇ ਹੁਣ ਇਹ ਆ ਕੇ ਇੱਥੇ ਬਹਿ ਗਏ ਸਾਡੀ ਤਾਂ ਸਾਰੀ ਪੂਜਾ ਜਾਂਦੀ ਰਹੇਗੀ। ਇਸ ਲਈ ਦੇਖੋ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਲ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਾਣ ਤੋਂ ਕਿੱਡੀ ਵੱਡੀ ਅਨੀਤੀ ਕੀਤੀ, ਜਿਹੜੀ ਗਲਤ ਅਯੋਗ ਕੰਮ ਕੀਤਾ। पेख सिंह को जैसे सुआन दौड़त टुकड़ा चाहे अजान। ਕਹਿੰਦੇ ਤਾਂ ਇਹ ਹੋ ਗਈ ਗੱਲ, ਜਿਵੇਂ ਸ਼ੇਰ ਨੂੰ ਵੇਖ ਕੇ ਕੁੱਤਾ ਆਪਣੀ ਬੁਰਕੀ ਲੈ ਕੇ ਭੱਜ ਜਾਂਦਾ ਵੀ ਕਿਤੇ ਮੇਰੇ ਤੋਂ ਸ਼ੇਰ ਖੋਏ ਨਾ ਲਵੇ। मत के ते छेर खो से लेई करी करतूत पुजारे होवे। ਪੁਜਾਰੀਆਂ ਨੇ ਵੀ ਕਹਿੰਦੇ ਉਹੀ ਕਰਤੂਤ ਕੀਤੀ ਸੀ। ਪੁਜਾਰੀਆਂ ਨੂੰ ਇਹ ਸੀ ਵੀ ਕਿਤੇ ਗੁਰੂ ਤੇਗ ਬਹਾਦਰ ਸਾਹਿਬ, ਕਿਉਂਕਿ ਮੈਂ ਦੱਸਿਆ ਮੱਖਣ ਸ਼ਾਹ ਲੁਬਾਣੇ ਦਾ ਬਹੁਤ ਵੱਡਾ ਪ੍ਰਭਾਵ ਸੀ ਸਿੱਖ ਦਾ, ਇਹ ਬਹੁਤ ਵੱਡੀ ਹਸਤੀ ਹੈ ਇਤਿਹਾਸ ਦੀ, ਇਹ ਨਾਲ ਹੈ। ਤੇ ਜਦੋਂ ਪਤਾ ਲੱਗਾ ਵੀ ਇਹ ਹਨ ਤੇ ਉਸ ਵੇਲੇ ਫਿਰ ਉਹ ਡਰ ਗਏ ਕਿ ਵੀ ਕਿਤੇ ਇੱਥੇ ਕਬਜ਼ਾ ਹੀ ਨਾ ਹੋ ਜਾਵੇ। ताला लाए दर्शनी दर को चले गए कितने निज घर को। ਦਰਵਾਜ਼ਾ ਜਿੰਦਾ ਲਾ ਕੇ ਦਰਸ਼ਨੀ ਦਰਵਾਜ਼ੇ ਨੂੰ ਤੇ ਸਾਧ ਸੰਗਤ ਆਪੋ ਆਪਣੇ ਘਰਾਂ ਨੂੰ ਚਲੇ ਗਏ। और टहल तो रही किनारे न जल बूझियो किसी पुजारे। ਕਹਿੰਦੇ ਜੀ ਹੋਰ ਤਾਂ ਸੇਵਾ ਕਿਸੇ ਨੇ ਕੀ ਕਰਨੀ ਸੀ, ਫਿਰ ਕਿਸੇ ਨੇ ਆ ਕੇ ਪਾਣੀ ਵੀ ਨਹੀਂ ਪੁੱਛਿਆ ਵੀ ਚੱਲ ਛਕਾ ਦਈਏ ਜੀ। ਇਦਾਂ ਦੀ ਉਸ ਸਮੇਂ ਇਹ ਬਣੀ ਖੇਡ ਉੱਥੇ। जंगल तीर्थ के चौफेरे था तब कस्तो नगर परेरे। ਕਹਿੰਦੇ ਜੰਗਲ ਆਲੇ ਦਾਲੇ ਜੋ ਪਾਵਨ ਸਥਾਨ ਆ ਉਹਦੇ ਸਾਈਡ ਤੇ ਆਲੇ ਦਾਲੇ ਜੰਗਲ ਜਿਹਾ ਸੀ, ਥੋੜਾ ਬਹੁਤਾ ਨਗਰ ਵਸਦਾ ਸੀ। इसे और पेट न को आयो नाहे पुजारे किसे उठर बतायो। ਕਹਿੰਦੇ ਨਾ ਪੁਜਾਰੀਆਂ ਨੇ ਕਿਸੇ ਨੂੰ ਦੱਸਿਆ ਵੀ ਗੁਰੂ ਤੇਗ ਬਹਾਦਰ ਜੀ ਆਏ ਹਨ ਜਾਂ ਆਉਣਾ ਹੈ, ਨਾ ਕੋਈ ਲੋਕ ਆਏ, ਸੰਗਤ ਇਲਾਕੇ ਦੇ ਲੋਕ ਵੀ ਨਹੀਂ ਆਏ। और काम किछु दह पुजारी जब गुर को ना दयो उन वारी। ਕਵੀ ਜੀ ਨੇ ਇੱਥੇ ਇੱਕ ਗੱਲ ਦੀ ਥੋੜੀ ਜੀ ਕਲੀਅਰ ਕੀਤੀ ਹੈ ਗੱਲ ਵੀ ਲੋਕ ਕਿਉਂ ਨਹੀਂ ਆਏ। ਇਹ ਕਹਿੰਦੇ ਵੀ ਜਿਹੜੇ ਪੁਜਾਰੀ ਗੁਰੂ ਜੀ ਨੂੰ ਨਹੀਂ ਅੰਦਰ ਵੜਨ ਦਿੰਦੇ ਗੁਰਦੁਆਰੇ 'ਚ, ਉਹ ਹੋਰ ਸੰਗਤ ਨੂੰ ਕੀ ਸਮਝਦੇ ਆ, ਜਾਂ ਸੰਗਤ ਕਿੰਨੀ ਕੁ ਆ ਸਕਦੀ ਉਹਨਾਂ ਦੀ ਆਗਿਆ ਬਿਨਾਂ। ਡਰ ਵੀ ਲੱਗਦਾ ਲੋਕਾਂ ਨੂੰ, ਕੋਈ ਬਦਨਾਮੀ ਉਹਨਾਂ ਕਰ ਦੇਣ, ਕੋਈ ਨਾਮ ਹੀ ਨਾ ਲਾ ਦੇਣ, ਚੋਰੀ ਦਾ ਇਲਜ਼ਾਮ ਹੀ ਨਾ ਲਾ ਦੇਣ। ਇਸ ਲਈ ਲੋਕ ਹਰ ਕੋਈ ਆਉਂਦਾ ਵੀ ਨਹੀਂ ਸਿੱਧਾ ਉੱਥੇ। रहे उडीकर आए पुजारे तब सतगुर ए बचन उचारे। ਉਡੀਕਦੇ ਰਹੇ ਵੀ ਪੁਜਾਰੀ ਆਉਣਗੇ, ਪਰ ਪੂਜਾ ਦਾ ਟਾਈਮ ਜਿਹੜਾ ਸੇਵਾ ਦਾ ਟਾਈਮ ਉਸ ਟਾਈਮ ਵੀ ਨਾ ਆਏ। ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਉਹਨਾਂ ਪੁਜਾਰੀਆਂ ਦੇ ਵਾਸਤੇ ਬਚਨ ਕੀਤੇ। अमृत सरिये अंदर सड़िए बाद विवाद माहे रह कड़िए। ਮਹਾਰਾਜ ਕਹਿੰਦੇ
ਇਹ ਗੱਲ ਸੁਣ ਲਿਓ, ਕਈ ਬੰਦੇ ਨਾ ਫਿਰ ਇਹ ਦੂਜਿਆਂ ਤੇ ਕਟਾਕਸ਼ ਕਰਨ ਲਈ ਇਹ ਪੰਕਤੀਆਂ ਵਰਤਣ ਲੱਗ ਜਾਂਦੇ ਆ। ਉਹ ਦੂਜੇ ਜਿਹੜਾ ਕੋਈ ਅੰਮ੍ਰਿਤਸਰ ਸਾਹਿਬ ਸ਼ਹਿਰ ਦਾ ਵਾਸੀ ਵੀ ਹੋਵੇ ਉਹਨੂੰ ਵੀ ਕਹਿਣਗੇ ਵੀ ਇਹ ਵੀ ਏਦਾਂ ਬਣਾ ਰੱਖਿਆ ਅੰਬਰਸਰੀ ਅੰਦਰ ਸੜੀ। ਬਈ ਗੁਰੂ ਤੇਗ ਬਹਾਦਰ ਸਾਹਿਬ ਵੀ ਅੰਮ੍ਰਿਤਸਰ ਸਾਹਿਬ ਦੀ ਸੀ, ਸਮਝਿਓ ਗੱਲ। ਉਹਨਾਂ ਦਾ ਪ੍ਰਕਾਸ਼ ਵੀ ਅੰਮ੍ਰਿਤਸਰ ਸਾਹਿਬ ਦਾ ਹੀ ਹੈ। ਸਭ ਤੋਂ ਪਹਿਲਾਂ ਇਹ ਗੱਲ ਨੂੰ ਸਮਝ ਲੈਣਾ ਚਾਹੀਦਾ। ਅੰਮ੍ਰਿਤਸਰੀਏ ਜਿਹੜੇ ਸੂਰਜ ਪ੍ਰਕਾਸ਼ 'ਚ ਲਿਖਿਆ ਨੈ ਸੰਗਤ ਇਹ ਅੰਮ੍ਰਿਤਸਰੀਏ ਤ੍ਰਿਸ਼ਨ ਆਗਨ ਮੈਂ ਅੰਦਰ ਸੜੀਏ। ਸੰਗਤ ਜੀ, ਇਹ ਅੰਮ੍ਰਿਤਸਰ ਦਾ ਇਹਨਾਂ ਤੇ ਰੱਤੀ ਪਰ ਵੀ ਅਸਰ ਨਹੀਂ ਹੋਇਆ। ਕਹਾਉਂਦੇ ਤਾਂ ਅੰਮ੍ਰਿਤਸਰੀਏ ਹਨ, ਪਰ ਇਹਨਾਂ ਤੇ ਨਹੀਂ, ਕਿਉਂਕਿ ਅੰਦਰੋਂ ਤ੍ਰਿਸ਼ਨਾ ਅੱਗ ਕਰਕੇ ਸੜਦੇ ਪਏ ਨੇ। ਇਹ ਅੰਮ੍ਰਿਤਸਰੀਏ ਜਿਹੜੇ ਹਨ, ਇਹ ਪੁਜਾਰੀ ਜਿਹੜੀ ਮਹਾਰਾਜ ਕਹਿੰਦੇ ਇਹ ਅੰਦਰੋਂ ਸੜੇ ਪਏ ਈਰਖਾ ਦੇ ਨਾਲ। ਇਹ ਸ਼ਰਾਬ ਤੇ ਬਲੇ ਗਰਾਮ ਜਾਏ ਬਰਾਜੇ ਗੁਰ ਸੁਖ ਧਾਮ। ਕਹਿੰਦੇ ਵਾਦ ਵਿਵਾਦ ਮਾਹੀ ਰਹਿ ਕੜੀਏ, ਵਾਦ ਵਿਵਾਦ 'ਚ ਫਸੇ ਰਹਿਣਗੇ ਇਹ ਪੁਜਾਰੀ। ਇਉਂ ਮਹਾਰਾਜ ਨੇ ਵਚਨ ਕੀਤਾ। ਇਹਨੂੰ ਬਹੁਤਾ ਖੋਲਣ ਦੀ ਲੋੜ ਨਹੀਂ ਹੈ ਬਹੁਤਾ, ਕਿਉਂਕਿ ਕਈ ਲੱਛਣ ਟਾਈਮ ਨਾਲ ਪ੍ਰਗਟ ਹੁੰਦੇ ਰਹਿੰਦੇ ਆ। ਮਹਾਰਾਜ ਦਾ ਬਚਨ ਨਿਸਫਲਤਾ ਜਾਂਦਾ ਨਹੀਂ ਹੈ। ਜ਼ਿਆਦਾ ਖੋਲਾਂਗੇ ਵਿਵਾਦ ਖੜਾ ਹੋਊਗਾ, ਘੱਟ ਕਰਾਂਗੇ ਤਾਂ ਤੁਹਾਡੇ ਮਨ 'ਚ ਸ਼ੰਕਾ ਬਣੂਗੀ। ਇਸ ਲਈ ਥੋੜੀ ਜੀ ਆਪਾਂ ਵਿਚਾਰੇ ਦੀ ਕਰ ਦਿੱਤੀ। ਬਾਕੀ ਮਹਾਰਾਜ ਦੇ ਬਚਨ ਉਦਾਂ ਹੀ ਪੂਰੀ ਹੁੰਦੇ ਹਮੇਸ਼ਾ ਹੀ। ਤੇ ਇਉਂ ਉਹਨਾਂ ਪੁਜਾਰੀਆਂ ਨੂੰ ਮਹਾਰਾਜ ਨੇ ਬਚਨ ਕੀਤਾ। ਤੇ ਇਸ ਰਾਪ ਤੇ ਵੱਲੇ ਗ੍ਰਾਮ ਲਾਗੇ ਇੱਕ ਵੱਲਾ ਪਿੰਡ ਸੀ। ਮਹਾਰਾਜ ਦੇ ਮੂੰਹੋਂ ਜੋ ਬਚਨ ਨਿਕਲਿਆ, ਆਮ ਭਾਸ਼ਾ 'ਚ ਉਹਨੂੰ ਫਿਟਕਾਰ ਕਹਿ ਦਿੰਦੇ ਆ। ਜਿਹੜੇ ਪੁਰਾਣਕ ਭਾਸ਼ਾ ਉਹਨੂੰ ਸਰਾਪ ਸ਼ਬਦ ਵਰਤ ਦਿੰਦੇ ਆ। ਸਾਡੇ ਬੰਦੇ ਤਾਂ ਕੋਈ ਸਰਾਪ ਤੋਂ ਐਂ ਡਰਦੇ ਵੀ ਜੇ ਕਹਿਤਾ ਸਰਾਪ ਦੇ ਦਿੱਤਾ, ਕਹਿੰਦੇ ਨੇ ਤਾਂ ਬਹੁਤ ਮਨਮਤ ਕਰ ਦਿੱਤੀ। ਗੁਰਬਾਣੀ ਵਿੱਚ ਸਰਾਪ ਸ਼ਬਦ ਕਈ ਵਾਰੀ ਆਉਂਦਾ। ਗੁਰਬਾਣੀ ਵਿੱਚ ਸੀਤਾ ਲੈ ਗਏ ਦਹਿ ਸਿਰੋ, ਲక్ష్మణ ਮੁਆ ਸਰਾਪ, ਇਹ ਵੀ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਗ੍ਰੰਥ ਸਾਹਿਬ ਵਿੱਚ ਇਹ ਵੀ ਸ਼ਬਦ ਆਉਂਦਾ, ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ। ਜਿਹਨੂੰ ਸਾਧੂ ਨੇ ਸੰਤ ਨੇ ਸਰਾਪ ਦੇ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਨੇ ਫਿਰ ਇੱਥੇ ਉਹਦਾ ਅਰਥ ਕੱਢਤਾ, ਕਹਿੰਦੇ ਫਿਟਕਾਰ ਪਾਤੀ ਜਿਹਨੂੰ। ਚਲੋ ਫਿਟਕਾਰ ਸਮਝ ਲਓ। ਜਿਹੜੀ ਮਹਾਰਾਜ ਨੇ ਉੱਥੇ ਇਹ ਸਰਾਪ ਫਿਟਕਾਰ ਦਿੱਤੀ ਦੇ ਕੇ ਫਿਰ ਅੱਗੇ ਬੱਲੇ ਪਿੰਡ ਚਲੇ ਗਏ, ਜਾ ਕੇ ਬਿਰਾਜਮਾਨ ਹੋ ਗਏ। ਛਕਿਓ ਅਨ ਤਹਿ ਤਹਿ ਛਕਿਓ ਅਨ ਜਲ ਤਹਿ ਜਾਈ, ਇਹ ਖਬਰ ਜਬ ਮਾਈਨ ਪਾਈ। ਉੱਥੇ ਜਾ ਕੇ ਜਲ ਪਾਣੀ ਛਕਿਆ। ਤੇ ਜਦੋਂ ਇਸ ਗੱਲ ਦਾ ਪਤਾ ਮਾਈਆਂ ਨੂੰ ਲੱਗਾ, ਪਿੰਡ ਦੀਆਂ ਸੰਗਤਾਂ ਬੀਬੀਆਂ ਨੂੰ ਪਤਾ ਲੱਗਾ ਕਿ ਮਹਾਰਾਜ ਇੱਥੇ ਆਏ ਸਨ, ਉਹਨਾਂ ਨੂੰ ਜਲ ਪਾਣੀ ਵੀ ਨਹੀਂ ਅਸੀਂ ਤਾਂ ਇੱਥੇ ਦੇ ਸਕੇ, ਛਕਾ ਸਕੇ, ਤੇ ਚਲੇ ਗਏ ਹਨ। ਜਥਾ ਜੋਗ ਲੈ ਭੇਟਾ ਧਾਈ, ਜੁਆ ਬਿਰਧ ਕੋ ਘਰ ਨਾ ਰਹਾਈ। ਫਿਰ ਕੋਈ ਉਮਰ ਦਾ ਤਕਾਜ਼ਾ ਨਹੀਂ, ਕੋਈ ਜਵਾਨ ਅਵਸਥਾ, ਕੋਈ ਬਿਰਧ ਅਵਸਥਾ, ਕੋਈ ਬੱਚੀ ਬਜ਼ੁਰਗ, ਸਾਰੀਆਂ ਹੀ ਬੀਬੀਆਂ ਜੋ ਹੱਥ ਲੱਗਿਆ ਭੇਟਾ ਲੈ ਕੇ, ਜਲ ਪਾਣੀ ਲੈ ਕੇ, ਦੁੱਧ ਪਾਣੀ ਲੈ ਕੇ ਛੇਤੀ ਦੇਣੇ ਪਹੁੰਚੀ ਜਿੱਥੇ ਗੁਰੂ ਤੇਗ ਬਹਾਦਰ ਜੀ ਸਨ। ਚਰਨ ਗਏ ਸਤਿਗੁਰ ਕੇ ਜਾਏ, ਗੁਰ ਬੋਲੇ ਮਾਇਨ ਪਰਥਾਏ। ਜਦੋਂ ਜਾ ਕੇ ਗੁਰੂ ਤੇਗ ਬਹਾਦਰ ਦੇ ਚਰਨ ਪਕੜੇ, ਸੇਵਾ ਕੀਤੀ ਸੰਗਤ ਦੀ, ਮਹਾਰਾਜ ਖੁਸ਼ ਹੋ ਗਏ। ਤੇ ਉੱਥੇ ਫਿਰ ਮਾਈਆਂ ਦੇ ਪ੍ਰਥਾਏ ਵਾਚਨ ਕੀਤਾ। ਪ੍ਰੇਮ ਭਗਤ ਪ੍ਰਤਾਪ ਤਿਹਾਰੇ, ਬਸੈ ਗੁਰ ਏ ਅਪਾਰੇ। ਮਹਾਰਾਜ ਕਹਿੰਦੇ ਤੁਹਾਡੇ ਪ੍ਰੇਮਾ ਭਗਤੀ ਦੇ ਪ੍ਰਤਾਪ ਕਰਕੇ, ਤੁਹਾਡੇ ਪ੍ਰੇਮਾ ਭਗਤੀ ਰਹਿਣੀ, ਗੁਰੂਪੁਰੀ ਵਿੱਚ ਤੁਸੀਂ ਵਸਦੀਆਂ ਰਹਿਣਾ। ਆਮ ਸ਼ਬਦ ਹੈ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਔਰ ਇਹ ਸੱਚ ਵੀ ਹੈ। ਬੰਦਿਆਂ ਨਾਲੋਂ ਸ਼ਰਧਾ ਯਕੀਨ ਬੀਬੀਆਂ 'ਚ ਵਿਸ਼ਵਾਸ ਹੀ ਜ਼ਿਆਦਾ ਹੁੰਦਾ, ਬਹੁਤ ਜ਼ਿਆਦਾ। ਬੰਦਾ ਡੋਲ ਜਾਂਦਾ। ਇਹਨਾਂ 'ਚ ਘੱਟ, ਇਹਨਾਂ 'ਚ ਬਹੁਤ ਬੀਬੀਆਂ 'ਚ ਵਿਸ਼ਵਾਸ ਹੁੰਦਾ। ਤੇ ਮਹਾਰਾਜ ਨੇ ਬਚਨ ਵੀ ਕਰ ਦਿੱਤੇ, ਕਹਿੰਦੇ ਇਹ ਰੱਬ ਨੇ ਰਜਾ ਦਿੱਤੀਆਂ ਇਸ ਨਗਰ ਦੀਆਂ ਮਾਈਆਂ ਭਗਤੀ ਲੱਗੀਆਂ ਰਹਿਣਗੀਆਂ। ਲੈ ਬਾਰ ਇਤਮਾਈਆਂ ਘਰੇ ਆਈਆਂ, ਪੁਜਾਰੀਆਂ ਲਈ ਤਾਂ ਲਾਹਣਤਾਂ ਪਾਈਆਂ। ਐਉਂ ਗੁਰੂ ਤੋਂ ਬਖਸ਼ਿਸ਼ਾਂ ਵਰ ਲੈ ਕੇ ਮਾਈਆਂ ਘਰ ਆਈਆਂ, ਤੇ ਪੁਜਾਰੀਆਂ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ। ਫਿਰ ਲਾਹਣਤਾਂ ਪਾਈਆਂ ਲੋਕਾਂ ਨੇ, ਜਿੱਥੇ ਵੀ ਕਿਤੇ ਵੀ ਮਿਲਣ ਲੋਕੀ ਉਹਨਾਂ ਨੂੰ ਕਹਿਣ, ਓਏ ਪੁਜਾਰੀਓ ਉਸੇ ਗੁਰੂ ਦਾ ਖਾ ਰਹੇ ਹੋ,
ਤੇ ਉਹ ਗੁਰੂ ਲਈ ਥਾਂ ਨਹੀਂ ਇਸ ਘਰ 'ਚ, ਉਹ ਗੁਰੂ ਲਈ ਪਾਣੀ ਵੀ ਨਹੀਂ। ਉਸੇ ਗੁਰਿਆਈ ਗੱਦੀ ਦੇ ਮਾਲਕ ਨੂੰ ਤੁਸੀਂ ਦਰਵਾਜ਼ਾ ਨਹੀਂ ਖੋਲ੍ਹਿਆ। ਉਹਨਾਂ ਦਾ ਹੀ ਇਹ ਸਾਰਾ ਕੁਝ ਹੈ। ਜਿਹਦੀ ਵਸਤ ਹੈ ਉਹਦੇ ਅੱਗੇ ਰੱਖਣੀ ਚਾਹੀਦੀ ਨਾ, ਜਿਸ ਕੀ ਵਸਤ ਤਿਸੇ ਅੱਗੇ ਰੱਖ ਹੈ, ਰੱਖਣੀ ਚਾਹੀਦੀ। ਪਰ ਤੁਸੀਂ ਲੁਕੋ ਲਈ ਹੈ। ਆਏ ਥਰੇ ਤਬ ਗੁਰੂ ਬਕਾਲੇ, ਉਤ ਕੀਰਤਪੁਰ ਮਾਹੇ ਬਸਾਲੇ। ਫਿਰ ਵਾਪਸ ਮੁੜ ਕੇ ਗੁਰੂ ਜੀ ਬਾਬੇ ਬਕਾਲੇ ਚਲੇ ਗਏ। ਇਹ ਬਾਬੇ ਬਕਾਲੇ ਤੋਂ ਅੰਮ੍ਰਿਤਸਰ ਸਾਹਿਬ ਤੋਂ ਬਾਹਰੋਂ ਦਰਸ਼ਨ ਕਰਕੇ ਫਿਰ ਬਾਬੇ ਬਕਾਲੇ ਚਲੇ ਗਏ। ਇਹ ਤਾਂ ਇਸ ਇੰਨੀ ਕੁ ਫੇਰੀ ਦਾ ਇੱਥੇ ਸਟਾਪ ਲਾ ਦਿੱਤਾ ਇਹਨਾਂ ਨੇ ਥੋੜੇ ਟਾਈਮ ਲਈ। ਇਧਰੋਂ ਗੱਲ ਚੱਕ ਲਈ ਜਿੱਥੇ ਹੁਣ ਜਾਣਾ ਇਹਨਾਂ ਨੇ। ਜਾਣਾ ਕਿੱਥੇ ਆ? ਕੀਰਤਪੁਰ ਸਾਹਿਬ, ਆਨੰਦਪੁਰ ਸਾਹਿਬ ਵਸਣਾ ਹੈ ਨਾ ਜਿਹੜਾ, ਉਹਦੀ ਜਿਹੜੀ ਇਹ ਕਹਿ ਲਓ ਤਰਤੀਬ ਬੰਨੀ ਜਾ ਰਹੀ ਹੈ। ਮੈਂ ਪਹਿਲਾਂ ਬੇਨਤੀ ਕੀਤੀ ਵੀ ਜੇ ਇਹ ਗ੍ਰੰਥ ਨੂੰ ਕਿਤੇ ਸੁਣ ਲਿਆ ਜਾਏ ਸਹੀ ਤਰੀਕੇ, ਔਰ ਸੁਣਾ ਵੀ ਸਹੀ ਤਰੀਕੇ ਦਿੱਤਾ ਜਾਵੇ, ਦੋਵੇਂ ਚੀਜ਼ਾਂ ਨੇ ਨਾ। ਸੁਣਾਉਣ ਵਾਲੇ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਸਾਰੇ ਇਤਿਹਾਸ ਦਾ, ਪਿਛਲੇ ਦਾ, ਘਟਨਾਵਾਂ ਦਾ, ਫੇਰ ਗੱਲਾਂ ਨਾਲ ਮਿਲ ਜਾਣਗੀਆਂ। ਫਿਰ ਇਹ ਇੰਨਾ ਵਧੀਆ ਔਰ ਸੌਖਾ ਤਰੀਕਾ ਹੈ ਪੰਥ ਪ੍ਰਕਾਸ਼ ਦਾ ਸੁਣਨ ਦਾ ਜਾਂ ਸੁਣਾਉਣ ਦਾ ਵੀ ਸਾਲ ਭਰ 'ਚ ਤੁਸੀਂ 5 ਜਾਂ 10 ਸਾਲਾਂ ਦਾ ਇਤਿਹਾਸ ਸੁਣ ਸਕਦੇ। ਜਿਹੜਾ ਤੁਸੀਂ 5-7 ਸਾਲਾਂ 'ਚ ਸੁਣੋਗੇ, 1 ਸਾਲ 'ਚ ਸੁਣ ਲਓਗੇ। ਹੁਣ ਇਹ ਕਵੀ ਜੀ ਦੱਸ ਰਹੇ ਹਨ, ਕਹਿੰਦੇ ਕਿ ਇਧਰੋਂ ਗੁਰੂ ਤੇਗ ਬਹਾਦਰ ਸਾਹਿਬ ਬਾਬੇ ਬਕਾਲੇ ਚਲੇ ਗਏ, ਇਧਰੋਂ ਹੁਣ ਕੀਰਤਪੁਰ ਸਾਹਿਬ ਦੀ ਸੁਣੋ। ਉਤ ਕੀਰਤਪੁਰ ਮਾਹੇ ਵਿਸਾਲੇ, ਉਧਰੋਂ ਕੀਰਤਪੁਰ ਸਾਹਿਬ ਦੀ ਘਟਨਾ ਸੁਣੋ। ਗੁਰੂ ਹਰਿ ਕ੍ਰਿਸ਼ਨ ਦੇਵ ਕੀ ਮਾਤਾ, ਕ੍ਰਿਸ਼ਨ ਕੌਰ ਥੀ ਨਾਮ ਬਖਿਆਤਾ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਮਾਤਾ, ਜਿਨ੍ਹਾਂ ਦਾ ਨਾਮ ਮਾਤਾ ਕ੍ਰਿਸ਼ਨ ਕੌਰ ਸੀ, ਥੀ ਦਿੱਲੀ ਅਸ਼ਟਮ ਗੁਰ ਸਾਥ, ਤੈ ਤੈ ਆਈ ਪੀਠ ਤੀ ਮਾਥ। ਉਹ ਦਿੱਲੀ ਸਨ, 8ਵੇਂ ਗੁਰੂ ਮਹਾਰਾਜ ਦੇ ਨਾਲ ਗਏ ਹੋਏ ਸਨ। 8ਵੇਂ ਗੁਰੂ ਪਾਤਸ਼ਾਹ ਉੱਥੇ ਸੱਚਖੰਡ ਪਿਆਨਾ ਕਰ ਜਾਂਦੇ ਹਨ। ਉੱਥੇ ਹੀ ਉਸੇ ਜਗ੍ਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਅਲੋਪ ਹੁੰਦਾ ਹੈ, ਉੱਥੇ ਹੀ ਸੰਸਕਾਰ ਕਰਦੇ ਆ, ਜਿੱਥੇ ਗੁਰਦੁਆਰਾ ਬਾਲਾ ਸਾਹਿਬ ਬਣਿਆ ਹੋਇਆ ਉਹ ਸਥਾਨ ਹੈ। ਤੇ ਉੱਥੋਂ ਫਿਰ ਮਾਤਾ ਕ੍ਰਿਸ਼ਨ ਕੌਰ ਜੀ, ਬੜੇ ਕਹਿ ਲਓ ਕਿ ਕਵੀ ਜੀ ਨੇ ਤਾਂ ਆਖਿਆ ਕਿ ਪੀੜਤੀ ਮਾਤ, ਅਫਸੋਸ ਵਿੱਚ, ਝੋਰੇ ਵਿੱਚ ਆਪਣੀ ਮਾਂ ਤੇ ਵਾਏ ਹੁੰਦੀ ਨਾ ਛੋਟੀ ਉਮਰ ਵਿੱਚ। ਇੱਥੇ ਉਹ ਗੁਰੂ ਸਾਹਿਬ ਸਨ, ਪਰ ਉਹਨਾਂ ਦੀ ਮਾਤਾ ਜੀ ਸਨ ਜਿਹੜੇ, ਉਹ 2 ਚੀਜ਼ਾਂ ਕਰਕੇ, ਇੱਕ ਤਾਂ ਪੁੱਤਰ ਦਾ ਚਲੇ ਜਾਣਾ, ਇੱਕ ਛੋਟੀ ਉਮਰੇ ਚਲੇ ਜਾਣਾ। ਇਹ ਦੋਵੇਂ ਚੀਜ਼ਾਂ ਬਹੁਤ ਮਾਇਨੇ ਰਖਾਉਂਦੀਆਂ ਹਨ। ਛੋਟੀ ਉਮਰੇ ਉਹਨਾਂ ਦੇ ਪੁੱਤਰ ਦਾ ਚਲੇ ਜਾਣਾ ਉਹਨਾਂ ਲਈ ਬਹੁਤ ਅਸਹਿ ਦੁੱਖ ਹੈ, ਤੇ ਵਿਛੋੜੇ ਦਾ ਦੁੱਖ ਹੈਗਾ ਹੀ ਦੁੱਖ ਹੈ। ਗੁਰਬਾਣੀ ਵਿੱਚ 4 ਵਿਛੋੜਿਆਂ ਦਾ ਜ਼ਿਕਰ ਕੀਤਾ ਹੈ, ਪਰ ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਆਖਿਆ। ਸਭ ਤੋਂ ਪਹਿਲਾਂ ਹੀ ਗਿਣ ਲਿਆ ਦੁੱਖ ਵਿਛੋੜਾ। 1 ਦੁੱਖ ਭੂਖ, 1 ਦੁੱਖ ਸਖਤ ਮਾਰ ਜਮਦੂਤ, 1 ਦੁੱਖ ਰੋਗ ਲੱਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। 4 ਦੁੱਖ ਹੈ, ਸਭ ਤੋਂ ਪਹਿਲਾਂ ਵਿਛੋੜੇ ਦਾ ਜ਼ਿਕਰ ਕੀਤਾ ਹੈ। ਤਾਂ ਇਉਂ ਬਹੁਤ ਵਿਛੋੜੇ ਵਿੱਚ ਮਾਤਾ ਕ੍ਰਿਸ਼ਨ ਕੌਰ ਜੀ ਬੜੇ ਵਿਯੋਗ ਵਿੱਚ ਹਨ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਤੇ ਇਉਂ ਬੈਰਾਗ ਵਿੱਚ, ਬਿਰਹਾ ਵਿੱਚ ਬਹੁਤ ਹੀ ਜ਼ਿਆਦਾ ਕਹਿ ਲਓ ਕਿ ਆਪਣੇ ਬੱਚੇ ਨੂੰ, ਆਪਣੇ ਸਾਹਿਬਜ਼ਾਦੇ ਨੂੰ ਜਾਂ ਗੁਰੂ ਸਾਹਿਬ ਨੂੰ ਯਾਦ ਕਰਕੇ ਵਾਪਸ ਮੁੜ ਆਏ ਹਨ। ਕੀਰਤਪੁਰ ਨਿਥਾਨ ਥਿਰਾਈ, ਮਨ ਲਗੇ ਸਿੱਖ ਸਮੁਦਾਈ। ਮਾਤਾ ਜੀ ਕੀਰਤਪੁਰ ਸਾਹਿਬ ਆ ਗਏ। ਹੁਣ ਜਦੋਂ ਗੁਰੂ ਸਾਹਿਬ ਨਹੀਂ ਹਨ, ਮਾਤਾ ਜੀ ਦੇ ਕੋਲ ਸਾਰਾ ਜ਼ਿੰਮੇਵਾਰੀ ਘਰ ਦੀ, ਗੁਰਸਿੱਖੀ ਦੀ, ਸੰਗਤ ਦੀ ਹੈ। ਸਾਰੇ ਉਹਨਾਂ ਦੀ ਗੱਲ ਮੰਨਦੇ ਹਨ। 4 ਮਾਸ ਨਿਜ ਸਿਤ ਕੋਈ ਠੋਰੇ, ਕਈ ਗੁਰਿਆਈ ਉਨ ਵੀ ਔਰੇ। 4 ਮਹੀਨੇ ਇਧਰੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਦੇ ਉੱਤੇ ਇੱਥੇ ਆਉਣ ਤੱਕ ਸਾਰਾ ਜਿੰਨਾ ਸਿਲਸਿਲਾ, 4 ਮਹੀਨੇ ਸੇਵਾ, ਸਾਰੀ ਸੰਗਤ ਨੂੰ ਸਮਝਾਉਣਾ ਔਰ ਨਾਮ ਬਾਣੀ ਨਾਲ ਜੋੜਨਾ, ਇਹ ਮਾਤਾ ਜੀ ਸਾਂਭਦੇ ਰਹੇ। ਜੋ ਕਿਛ ਆਇ ਸੋ ਲੰਗਰ ਲਾਵੇ, ਭੁੱਖਾ ਕੋਏ ਇਨ ਜਾਣਾ ਪਾਵੇ। ਗੁਰੂ ਦੇ ਸਿਧਾਂਤਾਂ ਤੇ ਪਹਿਰਾ ਦਿੰਦੀ ਰਹੀ ਮਾਤਾ ਵੀ ਭਾਈ ਜੋ ਕੁਛ ਆਉਂਦਾ, ਕੋਈ ਧਨ ਦੌਲਤ, ਉਹਨੂੰ ਗੁਰੂ ਕੇ ਲੰਗਰ ਚਲਾ ਦਿਓ ਭਾਈ, ਕੋਈ ਭੁੱਖਾ ਨਾ ਜਾਵੇ,
ਜਿਛਕੀ ਮਨ ਤੇ ਰੌਣਕ ਦੇਖ ਸ਼ਰੀਕ ਲੱਗੇ ਦੁਨ ਦੇਨ ਬਥੇਕ। ਮਾਤਾ ਜੀ ਦੇ ਕੋਲ ਸੰਗਤਾਂ ਆਉਣ ਲੱਗ ਪਈਆਂ, ਰੌਣਕਾਂ ਲੱਗਣ ਲੱਗ ਪਈਆਂ। ਉਹਨਾਂ ਦੀ ਇਹ ਦੇਖ ਕੇ ਤੇ ਸ਼ਰੀਕ ਸਨ ਜਿਹੜੇ, ਫਿਰ ਉਸ ਗੱਲ ਨੂੰ ਫੇਰ ਸੜ ਗਏ। ਬਹੁਤ ਭੈੜਾ ਉਹਨਾਂ ਦਾ ਹਾਲ ਹੋਇਆ। ਸਵੈ ਰੱਖਿਆ ਹਿਤ ਮਾਤ ਜੀ ਭੇਜ ਮਾਤ ਵਰ ਖਾਸ। ਉਹ ਮਾਤਾ ਜੀ ਨੂੰ ਜਣੀ ਇੰਨੇ ਭੈੜੇ ਤਰੀਕੇ ਨਾਲ ਦੇਖਣ ਲੱਗ ਪਏ, ਜਾਂ ਉਹਨਾਂ ਨੂੰ ਆਪਣੇ ਆਪ ਮਹਿਸੂਸ ਹੋਇਆ ਵੀ ਤਾਂ ਖਰਾਬੀਆਂ ਕਰਨ ਲੱਗ ਪਏ, ਜਿਨ੍ਹਾਂ ਵਿੱਚੋਂ ਰਾਮ ਰਾਏ ਆਪਣੇ ਆਪ ਨੂੰ ਗੁਰੂ ਖਵਾਉਂਦਾ, ਭਾਵੇਂ ਹੈ ਤਾਂ ਪੁੱਤਰ ਆ ਉਹਨਾਂ ਦਾ, ਪਰ ਉਧਰੋਂ ਧੀਰਮਲ ਨਾਲ ਰਲ ਗਿਆ ਰਾਮ ਰਾਏ ਦੇ। ਉਹ ਕਹਿੰਦਾ ਮਾਤਾ ਜੀ ਕੋਲ ਸਾਰਾ ਕੁਝ ਆਪਾਂ ਸਾਂਭੀਏ ਕਰੀਏ ਆਪਾਂ ਜਾ ਕੇ। ਮਾਤਾ ਜੀ ਨੇ ਵੇਖ ਲਿਆ, ਮਾਤਾ ਕ੍ਰਿਸ਼ਨ ਕੌਰ ਨੇ ਵੀ, ਇਹ ਤਾਂ ਖਰਾਬੀ ਕਰਦੇ ਆ, ਇਹ ਗੁਰੂ ਥੋੜਾ ਨਾ। ਫਿਰ ਮਾਤਾ ਜੀ ਨੇ, ਮਾਤਾ ਕ੍ਰਿਸ਼ਨ ਕੌਰ ਨੇ ਮਾਤਵਰ ਸਿਆਣੇ ਸਿੱਖ ਕੀਰਤਪੁਰ ਸਾਹਿਬ ਤੋਂ ਬਾਬੇ ਬਕਾਲੇ ਭੇਜੇ ਹਨ। ਹੁਣ ਇਹ ਸਮਝੋ ਉੱਥੋਂ ਇੱਥੇ ਆਉਣ ਦਾ ਕਾਰਨ ਹੈ ਇਹ ਗੱਲ ਹੈ ਜਿਹੜੀ ਬਹੁਤ ਘੱਟ ਜਣੀ ਇਹ ਪ੍ਰਚਾਰੀ ਜਾਂਦੀ ਆ। ਇਹ ਨਹੀਂ ਕਹਿ ਸਕਦੇ ਕਿ ਕੋਈ ਦੱਸਦਾ ਨਹੀਂ, ਕਿਉਂਕਿ 20 ਵਾਰੀ ਤਾਂ ਮੈਂ ਹੀ ਦੱਸਤੀ ਹੋਣੀ ਲੋਕਾਂ ਨੂੰ, ਕਈ ਥਾਂ ਟੀਵੀ ਤੇ ਲੋਕਾਂ ਤੇ ਇਹ ਨਹੀਂ ਵੀ ਪਤਾ, ਪਰ ਆਮ ਆ, ਕਿਉਂਕਿ ਵੀ ਬਾਬੇ ਬਕਾਲੇ ਤੋਂ ਅਨੰਦਪੁਰ ਸਾਹਿਬ ਆ ਗਏ, ਉੱਥੋਂ ਫਿਰ ਪਟਨਾ ਸਾਹਿਬ ਚੱਲ ਗਏ। ਇਹ ਇਦਾਂ ਗੱਲਾਂ ਹੁੰਦੀਆਂ ਨੇ ਵਿੱਚ ਜਿਹੜੀਆਂ ਇਤਿਹਾਸ ਦੀਆਂ ਘੁੰਡੀਆਂ ਹੁੰਦੀਆਂ ਨੇ, ਜਿੰਨਾ ਚਿਰ ਉਹ ਨਹੀਂ ਖੁੱਲਦੀਆਂ ਉਹਨਾਂ ਚਿਰ ਜਗਿਆਸੂ ਮਨ ਹੈ ਜਿਹੜਾ ਉਹ ਨਹੀਂ ਤ੍ਰਿਪਤ ਹੁੰਦਾ। ਜਗਿਆਸੂ ਮਨ ਆਮ ਤਾਂ ਚੱਲਦਾ ਹੀ ਆ ਕੰਮ। ਮਾਤਾ ਕ੍ਰਿਸ਼ਨ ਕੌਰ ਜੀ ਨੇ ਸੁਨੇਹਾ ਭੇਜਿਆ ਫਿਰ ਕਿ ਇਉਂ ਕਰਕੇ ਤੁਸੀਂ ਆਓ, ਆਪਣੀ ਗੁਰਿਆਈ ਗੱਦੀ ਦੀ ਵਸਤੂ ਨੂੰ ਸੰਭੋ ਜੀ। ਨੌਵੇਂ ਗੁਰ ਬੁਲਾ ਲਏ ਕੀਰਤਪੁਰ ਨਿਜ ਪਾਸ। ਨੌਵੇਂ ਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੇ ਕੋਲ ਕੀਰਤਪੁਰ ਸਾਹਿਬ ਬੁਲਾ ਲਿਆ ਵੀ ਤੁਸੀਂ ਇੱਥੇ ਆ ਜਾਓ। ਚੌਪਈ ਕੀਰਤਪੁਰ ਗੁਰ ਨਾਮੇ ਆਏ ਕ੍ਰਿਸ਼ਨ ਕੌਰ ਮਾਤਾ ਮੁਦਵਾਏ। ਕੀਰਤਪੁਰ ਸਾਹਿਬ ਆਏ, ਮਾਤਾ ਕ੍ਰਿਸ਼ਨ ਕੌਰ ਜੀ ਬਹੁਤ ਖੁਸ਼ ਹੋਏ। ਸਾਮ ਸਮਾਨ ਗੁਰਿਆਈ ਕੇਰਾ ਪਛਾਨ ਜਿਮ ਬਾਥੋ ਮੇਰਾ। ਜੋ ਗੁਰਿਆਈ ਗੱਦੀ ਦਾ ਸਮਾਨ ਸੀ, ਮੋਰ ਸੀ ਜਾਂ ਜੋ ਕੁਝ ਵੀ ਸੀ, ਉਹ ਸਾਰਾ ਕੁਝ ਪਾਤਸ਼ਾਹੀ ਸਮਾਨ ਸੀ ਜਿਹੜਾ। ਕਲਗੀ ਜਿਗਾ ਬਸਨ ਬਹੁ ਭੂਖਨ ਦੇ ਨਿਯਮ ਗੁਰੂ ਕੇ ਲਖ ਭੂਖਨ। ਕਲਗੀ ਜਗ੍ਹਾ ਗਹਿਣੇ ਵਸਤਰ ਇਤਿਆਦਿਕ ਗੁਰੂ ਸਾਹਿਬ ਵਾਸਤੇ ਜੋ ਆਏ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਸੰਗਤਾਂ ਦਰਸ਼ਨਾਂ ਨੂੰ ਆਈਆਂ, ਗੁਰਿਆਈ ਗੱਦੀ ਵਾਸਤੇ ਜਿਹੜੀਆਂ ਭਟਾਵਾਂ ਲੈ ਕੇ ਆਈਆਂ ਉਹ ਮਾਤਾ ਕ੍ਰਿਸ਼ਨ ਕੌਰ ਨੇ ਸਾਂਭ ਕੇ ਰੱਖੀਆਂ ਔਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਦਿੱਤੀਆਂ। ਗੁਰੂ ਦੀਆਂ ਵਸਤੂਆਂ ਗੁਰੂ ਨੂੰ ਸੌਂਪ ਦਿੱਤੀਆਂ। ਰਖਤ ਉਪਰ ਗੁਰ ਠਾਉ ਨਾਮ ਬਿਰਾਜੈ ਰਾਖ ਦੇਖ ਬਿਨ ਸੰਤਾ ਭਰਾਜੈ। ਤੇ ਗੁਰੂ ਤੇਗ ਬਹਾਦਰ ਜੀ ਗੁਰਿਆਈ ਗੱਦੀ ਤੇ ਬੈਠਦੇ, ਨਾ ਰਾਗ ਨਾ ਦੁਆਇਸ਼, ਨਾ ਈਰਖਾ ਨਾ ਮੋਹ, ਇਹ ਚੀਜ਼ਾਂ ਹੈ ਨਹੀਂ। ਗੁਰਸਿੱਖ ਦੇਸ ਬਦੇਸੀ ਸਾਰੇ ਆਵੇ ਭੇੜ ਚੜਾਏ ਅਪਾਰੇ। ਗੁਰਸਿੱਖ ਦੇਸ਼ਾਂ ਚੋਂ ਵਿਦੇਸ਼ਾਂ ਚੋਂ ਆਉਂਦੇ ਹਨ ਤੇ ਭਟਾਵਾਂ ਲਿਆਉਂਦੇ ਹਨ। ਲੰਗਰ ਨਿਸ ਦਿਨ ਚਲੇ ਅਟੁੱਟੈ ਕਰਿਓ ਕੰਮ ਫਿਰ ਸੀਕਣ ਖੋਟੈ। ਲੰਗਰ ਅਟੁੱਟ ਵਰਤਦਾ ਹੈ ਤੇ ਸੰਗਤਾਂ ਬਹੁਤ ਆਉਂਦੀਆਂ, ਪਰ ਜਿਹੜੀ ਈਰਖਾ ਹੁੰਦੀ ਇਹ ਬਹੁਤ ਖਰਾਬ ਕਰਦੀ। ਸ਼ਰੀਕ ਹੁੰਦੇ ਜਿਹੜੇ ਇਹ, ਕਈ ਤਾਂ ਬਹੁਤ ਚੰਗੇ ਹੁੰਦੇ ਆ ਬੰਦੇ। ਬਾਣੀ ਕੀ ਆਖਿਆ, ਜੈਸੇ ਰਣ ਮੈਂ ਸਕਾ ਭਰਾਤ, ਜੰਗ ਲੱਗੇ ਜਿਵੇਂ ਸਖਾ ਭਰਾ ਨਾਲ ਖੜ ਜਾਂਦਾ ਹੈ, ਮੋਢੇ ਨਾਲ ਮੋਢਾ ਲਾ ਕੇ। ਕਈ ਵਾਰੀ ਜਦੋਂ ਇਹ ਲੋਭ ਪੈਦਾ ਹੋ ਜਾਵੇ ਨਾ, ਫਿਰ ਉੱਥੇ ਸਨੇਹ ਨਹੀਂ ਰਹਿੰਦਾ, ਖਤਮ ਹੋ ਜਾਂਦਾ। ਬਾਬਾ ਫਰੀਦ ਜੀ ਨੇ ਆਖਿਆ, ਫਰੀਦਾ ਜਾਂ ਲੱਭ ਤਾਂ ਨਹੀਂ ਹੋ ਕਿਆ, ਲੱਭ ਤਾਂ ਕੂੜਾ ਨਹੀਂ ਹੋ, ਕਿਚਰ ਝੱਤ ਲੰਘਾਈਆ ਛੱਪੜ ਟੁੱਟੈ ਮੇ ਹੋ। ਸਵਾਰਥ ਜਿੱਥੇ ਆ ਜਾਏ ਉੱਥੇ ਪਿਆਰ ਨਹੀਂ ਰਹਿੰਦਾ, ਫਿਰ ਖਤਮ ਹੋ ਜਾਂਦਾ, ਮੁੱਕ ਜਾਂਦਾ। ਜਿੱਥੇ ਪ੍ਰੇਮ ਹੁੰਦਾ ਉੱਥੇ ਸਵਾਰਥ ਨਹੀਂ ਹੁੰਦਾ, ਨਿਰਸਵਾਰਥ ਹੀ ਪ੍ਰੇਮ ਨਿਭਦਾ ਸਿਰ। ਜਿਵੇਂ ਪਿਤਾ ਕੋਈ ਸਵਾਰਥ ਲਈ ਥੋੜਾ ਆਪਣੇ ਪੁੱਤ ਨੂੰ ਪਿਆਰ ਕਰਦਾ, ਜੇ ਸਵਾਰਥ ਨਾਲ ਕਰੂਗਾ ਫਿਰ ਪਿਆਰ ਨਹੀਂ ਰਹੂਗਾ, ਮੁੱਕ ਜੂਗਾ, ਪਿਓ ਪੁੱਤ ਦਾ ਵੀ ਮੁੱਕ ਜਾਏਗਾ। ਇਹੀ ਗੱਲ ਹੈ। ਇਉਂ ਹੀ ਸਾਧ ਸੰਗਤ, ਇਹ ਜਿਹੜੇ ਸੋਢੀ ਸਨ, ਇਹਨਾਂ 'ਚ ਤਾਂ ਲੋਭ ਤਾਂ ਫਿਰ ਹੈ ਹੀ ਸੀ ਪਹਿਲਾਂ ਹੀ, ਆਪਾਂ ਦੇਖ ਲਿਆ। ਇਹਨਾਂ ਨੇ ਦੇਖਿਆ ਵੀ ਤਾਂ ਕੰਮ ਬੜਾ ਵਧੀਆ ਚੱਲ ਪਿਆ,
ਮਾਤਾ ਜੀ ਵੀ ਬੜੇ ਚਾਅ ਨਾਲ ਰਹਿੰਦੇ ਆ, ਕ੍ਰਿਸ਼ਨ ਕੌਰ ਜੀ, ਗੁਰੂ ਤੇਗ ਬਹਾਦਰ ਸਾਹਿਬ ਕੋਲ ਸੰਗਤਾਂ ਬੜੀਆਂ ਆਉਂਦੀਆਂ ਹਨ। ਇੱਕ ਆਮਦਨੀ ਸੁਣ ਕੇ ਮਹਿਮਾ ਮਾਸਰ ਕਰ ਸ੍ਰੀ ਕਨ ਮਨ ਸਹਿਮਾ। ਦੇਖਦੇ ਸੰਗਤ ਆਉਂਦੀ ਜਾਂਦੀ, ਲੰਗਰ ਚੱਲਦੇ, ਆਮਦਨੀ ਵੀ ਬਥੇਰੀ ਆ, ਖਰਚਾ ਵੀ ਲੱਗੀ ਜਾਂਦਾ, ਕਮੀ ਕਿਸੇ ਚੀਜ਼ ਦੀ ਨਹੀਂ। ਸੋਢੀਆਂ ਕੇ ਕ੍ਰਿਸ਼ਨਾ ਕੌਰ ਕੋ ਸਿਖਰਾ ਪਈ ਫੂਟ ਗੋਰ ਕੋ। ਸੋਢੀਆਂ ਨੇ ਉਹੀ ਵਿਚਕਾਰੋਂ ਇਧਰੋਂ ਉਧਰੋਂ ਗੱਲ, ਇਧਰੋਂ ਉਧਰੋਂ ਕੱਚੀਆਂ ਗੱਲਾਂ, ਲੂਤੀਆਂ ਭੈੜੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਦੋਏ ਦਿਸਪਟੀ ਐਸ ਪੜਾਈ ਸਿੱਖ ਸਿਖਾਏ ਲੜਾਈ ਪਾਈ। ਮਾਤਾ ਕ੍ਰਿਸ਼ਨ ਕੌਰ ਨੂੰ ਕੁਝ ਹੋਰ ਕਹਿ ਦੇਣਾ, ਮਾਤਾ ਨਾਨਕੀ ਜੀ ਨੂੰ ਕੁਝ ਹੋਰੇ ਜਾ ਕੇ ਕਹਿ ਦੇਣਾ, ਤੇ ਸੁਭਾਅ ਹੁੰਦਾ ਇੱਕੋ। ਇਹ ਇਉਂ ਦੋਵੇਂ ਪਾਸਿਆਂ ਤੋਂ ਇੱਕ ਦੂਜੇ ਦੇ ਖਿਲਾਫ ਗੱਲਾਂ ਸ਼ੁਰੂ ਕਰ ਦਿੱਤੀਆਂ। ਰਹਿਣ ਲੱਗਾ ਜਬ ਨਿਤ ਕਲੇਸ਼ ਅਤ ਕੋਮਲ ਦਿਲ ਗੁਰੂ ਵਿਸ਼ੇਸ਼। ਗੁਰੂ ਜੀ ਕੋਲ ਕਦੇ ਉਧਰੋਂ ਗੱਲ ਆ ਜਾਇਆ ਕਰੇ ਵੀ ਉਹਨਾਂ ਵੱਲੋਂ ਆਹ ਗੱਲ ਆਈ ਹੈ ਜੀ, ਆਹ ਕਹਿ ਰਹੇ ਆ। ਗੁਰੂ ਜੀ ਕੋਲ ਕਦੇ ਉਹ ਆ ਜਾਇਆ ਕਰਨ, ਮਹਾਰਾਜ ਜੀ ਇਹ ਗੱਲ ਇਉਂ ਆਈ ਹੈ। ਗੱਲ ਜਦੋਂ ਕੱਢਦੇ ਵਿੱਚੋਂ ਕੁਝ ਵੀ ਨਾ ਨਿਕਲਦੀ, ਜਦੋਂ ਬਿਨਾਂ ਮਤਲਬ ਤੋਂ ਹੀ ਗੱਲਾਂ ਬਣਨ ਲੱਗ ਜਾਣ, ਰੋਜ਼ ਇਹ ਬੇਵਜ੍ਹਾ ਦੀਆਂ ਗੱਲਾਂ ਤੇ ਹੀ ਸਮਝੌਤੇ ਕਰਨੇ ਪੈਣ, ਫਿਰ ਜ਼ਿੰਦਗੀ ਕਿੱਥੇ ਸੁਖੀ ਰਹਿ ਸਕਦੀ ਹੈ। ਗੁਰੂ ਜੀ ਨੇ ਦੇਖਿਆ ਵੀ ਇਹ ਤਾਂ ਇਹ ਕਲੇਸ਼ ਬਣ ਗਿਆ, ਇਹ ਤਾਂ ਕਾਹਦਾ ਮੇਲ ਰਿਹਾ। ਇਉਂ ਸੋਚਿਆ, ਤਿਨ ਤੇ ਕਾਇਸ ਸਹੀ ਹੈ ਨਾ ਜਾਏ ਸੀਕਨ ਤੈ ਚਾਹੇ ਦੂਰ ਰਹਾਏ। ਗੁਰੂ ਜੀ ਚਾਹੁੰਦੇ ਵੀ ਇਹ ਸੋਢੀ ਹੈ ਜਿਹੜੇ ਸ਼ਰੀਕੇ ਵਾਲੇ, ਇਹਨਾਂ ਤੋਂ ਦੂਰ ਹੀ ਰਹੀਏ ਆਪਾਂ। ਇਸ ਲਈ ਇਹ ਕਿਉਂਕਿ ਰੋਜ਼ ਦਾ ਝਗੜਾ ਵਿੱਚ ਬੈਠਾਂਗੇ ਤਾਂ ਰਵੇਗਾ। ਮੱਖਣ ਸ਼ਾਹ ਕੋ ਗੁਰੇ ਬੁਲਾਇਓ ਕਿਰਪਾਲ ਚੰਦ ਤਿਸ ਸੰਗ ਮਿਲਾਇਓ। ਗੁਰੂ ਜੀ ਨੇ ਫਿਰ ਹੁਣ ਆਨੰਦਪੁਰ ਦੀ ਨੀਂਹ ਜਿਹਦੀ ਬੰਨੀ ਜਾ ਰਹੀ ਹੈ, ਮੱਖਣ ਸ਼ਾਹ ਨੂੰ ਬੁਲਾਇਆ ਤੇ ਕਿਰਪਾਲ ਚੰਦ ਜੋ ਗੁਰੂ ਕਲਗੀਧਰ ਦੇ ਮਾਮਾ ਜੀ ਸਨ, ਉਹਨਾਂ ਨੂੰ ਬੁਲਾਇਆ। ਭੂਪਤ ਦੀਪ ਚੰਦ ਕਹਿਲੂਰੀ ਪਾਸ ਭੇਜ ਲੈ ਤਰਾ ਜ਼ਰੂਰੀ। ਭੂਪ ਦੀਪ ਚੰਦ ਰਾਜਾ ਸੀ। ਦੀਪ ਚੰਦ ਇਹ ਰਾਜਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ 52 ਗਵਾਲੀਅਰ ਦੇ ਕਿਲੇ ਚੋਂ ਜਿਹੜੇ ਕਢਾਏ, ਉਹਨਾਂ ਚੋਂ ਇੱਕ ਸੀ ਇਹ ਆਪ ਤਾਂ ਚੜਾਈ ਕਰ ਗਿਆ ਸੀ। ਇਹਦੀ ਵਿਧਵਾ ਰਾਣੀ ਸੀ, ਚੰਪਾ ਬਾਈ ਸੀ ਉਹਦਾ ਨਾਮ। ਇਹਦੇ ਕੋਲ ਭੇਜਿਆ ਹੈ। ਉਜੜ ਪੜਾਵਾ ਮਖਵਾਲ ਥੀ ਜ਼ਮੀਨ ਤੇ ਪੜੀ ਵਿਸਾਲ। ਤੇ ਉਹਨੂੰ ਜਾ ਕੇ ਆਖਿਆ ਕਿ ਸਾਨੂੰ ਥਾਂ ਚਾਹੀਦੀ ਹੈ ਇੱਥੇ ਇਲਾਕੇ 'ਚ। ਉੱਥੇ ਫਿਰ ਇੱਕ ਜਗ੍ਹਾ ਮਾਖੋਵਾਲ ਨਾਂ ਦੀ, ਉਜਾੜ ਪਿਆ ਸੀ, ਲੋਕੀ ਡਰਦੇ ਸਨ। ਡਰਦੇ ਇਸ ਕਰਕੇ ਸਨ, ਉਹਨਾਂ ਨੂੰ ਇਹ ਸੀ ਵੀ ਬੜੀ ਸਖਤ ਜਗ੍ਹਾ ਹੈ, ਪਤਾ ਨਹੀਂ ਇੱਥੇ ਕੋਈ ਭੂਤ ਪ੍ਰੇਤ ਰਹਿੰਦੇ ਆ। ਇਹ ਜਗ੍ਹਾ ਪਈ ਸੀ। ਸੋਨੇ ਪਲੇ ਸਭ ਲੈ ਕਰ ਮੋਲ ਗੁਰ ਆਨੰਦਪੁਰ ਠਹਿਓ ਠਹਿਓ ਅਮੋਲ। ਤੇ ਮਹਾਰਾਜ ਨੇ ਫਿਰ ਉਹ ਮੁੱਲ ਲਈ। ਉਹ ਤਾਂ ਕਹਿੰਦੀ ਸੀ ਇਦਾਂ ਹੀ ਰੱਖ ਲਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਉਹ ਫਿਰ ਜਗ੍ਹਾ ਆਲੇ ਦਾਲੇ ਦੀ 4 ਪਿੰਡਾਂ ਦੀ ਉਹ ਮੁੱਲ ਲਈ, ਤੇ ਉਹ ਫਿਰ ਮੁੱਲ ਲੈ ਕੇ ਉਸ ਜਗ੍ਹਾ ਫਿਰ ਮੋੜੀ ਇਤਿਆਦਿਕ ਗੱਡ ਕੇ ਉਹ ਫਿਰ ਨਗਰ ਵਸਾਇਆ। ਇਉਂ ਫਿਰ ਆਪਾਂ ਇਹਨੂੰ ਕਿ ਕੱਲ ਨੂੰ ਸੁਣਾਂਗੇ, ਕਿਉਂਕਿ ਸਮਾਂ ਸਮਾਪਤ ਹੋ ਗਿਆ। ਕਿਵੇਂ ਉਹ ਨਗਰ ਦੀ ਮੋੜੀ ਗੱਡੀ ਗਈ, ਕਿਵੇਂ ਨਾਮ ਰੱਖਿਆ ਗਿਆ, ਵਾਸਾ ਹੋਇਆ। ਤੇ 1665 ਵਿੱਚ 19 ਜੂਨ ਨੂੰ ਇਹਦੀ ਮੋੜੀ ਗੱਡੀ, 19 ਜੂਨ 1665। ਫਿਰ 1666 ਵਿੱਚ ਕਲਗੀਧਰ ਜੀ ਦਾ ਪ੍ਰਕਾਸ਼ ਹੁੰਦਾ ਹੈ, ਸਾਲ ਕੁ ਦਾ ਹੀ ਹੈ। ਇੱਧਰੋਂ ਫਿਰ ਗੁਰੂ ਤੇਗ ਬਹਾਦਰ ਜੀ ਨਗਰ ਦੀ ਨਿਰਮਾਣ ਸ਼ੁਰੂ ਕਰਵਾ ਕੇ ਕਿਵੇਂ ਪਟਨਾ ਸਾਹਿਬ ਵੱਲ ਨੂੰ ਜਾਂਦੇ ਆ, ਉਹ ਸਾਰਾ ਪ੍ਰਸੰਗ ਆਪਾਂ ਅੱਗੇ ਸੁਣਾਂਗੇ। ਇੱਥੇ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ। ਹੇ ਅਚੁੱਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, हे पूरन हे सर्व मैं दुख भंजन गुणतास, हे संगी हे निरंकार हे निर्गुण सब टेक, हे गोविंद हे गुण निधान जाके सदा विवेक, हे अपरंपर हर हरे है पी हो वनहार, हे संता के सदा संग निधारा आधार, हे ठाकुर हो दास रो मैं निर्गुण गुण नहीं कोय, नानक दीजै नाम दान राखो हिया परोय, आए प्रभ शरणागति कृपा नित दयाल, एक
ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ।